ਰਹਾਂ ਤਾਂ ਟੁੱਟੈ ਨੇਹੂ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕਰਕੇ, ਕਿਰਪਾ ਕਰਕੇ ਸਾਨੂੰ ਸਾਧ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਆਓ ਆਪਾਂ ਅੰਮ੍ਰਿਤ ਵੇਲੇ ਦੇ ਲਾਹੇ ਨੂੰ ਖੱਟਦੇ ਹੋਏ ਗੁਰ ਸ਼ਬਦ ਦੀ ਸਾਂਝ ਪਾਈਏ। ਪ੍ਰਥਮ ਪਿਆਰ ਤੇ ਅਦਬ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਆ ਹੈ, ਗਾਇਨ ਕੀਤਾ ਹੈ, ਜੋ ਕਿ ਧਨਾਸਰੀ ਰਾਗ ਦੇ ਵਿੱਚ 663 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਸਾਹਿਬ ਜੀ ਇਸ ਸ਼ਬਦ ਦੇ ਅੰਦਰ ਇੱਕ ਨਾਮ ਦੇ ਖਜ਼ਾਨੇ ਬਾਰੇ ਦੱਸ ਰਹੇ ਨੇ, ਉਹ ਗਿਆਨ ਬਾਰੇ ਦੱਸ ਰਹੇ ਨੇ, ਜਿਹੜਾ ਕਿ ਗੁਰੂ ਤੋਂ ਪਹਿਲਾਂ ਮੈਨੂੰ ਨਹੀਂ ਸੀ, ਪਰ ਗੁਰੂ ਨੂੰ ਮਿਲ ਕੇ ਉਹ ਮੈਨੂੰ ਦਿਖਣ ਲੱਗ ਗਿਆ। ਗੁਰੂ ਨੂੰ ਜਦੋਂ ਮੈਂ ਮਿਲਿਆ ਨਹੀਂ ਸੀ, ਉਦੋਂ ਧੁੰਦ ਹੀ ਧੁੰਦ ਸੀ, ਹਨੇਰਾ ਹੀ ਹਨੇਰਾ ਸੀ। ਗੁਰੂ ਨੂੰ ਮਿਲ ਕੇ ਚਾਨਣ ਹੀ ਚਾਨਣ ਜਿਹੜਾ ਸੀ ਉਹ ਹੋ ਗਿਆ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ, ਚੌਪਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਦੂਜੇ ਘਰ ਵਿੱਚ ਸ਼ਬਦ ਨੂੰ ਗਾਇਨ ਕਰਨ ਲਈ ਆਖਿਆ ਹੈ। ਚੌਪਦੇ ਤੋਂ ਭਾਵ 4 ਪਦਿਆਂ ਵਾਲਾ ਇਹ ਸ਼ਬਦ ਹੈ। ਪਰਮਾਤਮਾ ਇੱਕ ਹੈ, ਉਹੀ ਇਨਸਾਨ ਨੂੰ ਬਣਾਉਣ ਵਾਲਾ, ਉਹੀ ਇਨਸਾਨ ਨੂੰ ਪਾਲਣ ਵਾਲਾ, ਉਹੀ ਇਨਸਾਨ ਨੂੰ ਢਾਉਣ ਵਾਲਾ, ਮਿਟਾਉਣ ਵਾਲਾ। ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹੇਂਗੇ, ਤੇ ਓੰਕਾਰ ਉਹਦਾ ਇੱਕ ਬੋਲ ਆ, ਤੇ ਸਤਿਗੁਰ ਪ੍ਰਸਾਦ। ਜੇ ਕੋਈ ਰੱਬ ਜੈਸਾ ਸੁਭਾਅ ਬਣਾਉਣ ਦਾ ਇਸ਼ਕ ਹੈ, ਚਾਹਵਾਨਾ, ਤਾਂ ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਮਿਹਰ ਦੁਆਰਾ ਹੀ ਪੋਸੀਬਲ ਆ। ਇਸ ਤੋਂ ਬਿਨਾਂ ਨਹੀਂ ਬਣਾਇਆ ਜਾ ਸਕਦਾ ਹੈ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰੈ ਹਰ ਧਨ ਪ੍ਰਗਾਸਿਆ। ਹਰ ਕਿਰਪਾ ਤੇ ਵਸੈ ਮਨ ਆਏ। ਇੱਥੇ ਹੁਣ 2 IQ ਆਪਾਂ ਕਹਿ ਸਕਦੇ ਹਾਂ। 2 ਦੇਖਣ ਦੇ ਢੰਗ ਹੁੰਦੇ ਨੇ, ਨਜ਼ਰੀਏ ਹੁੰਦੇ ਨੇ। ਸਾਧੂ ਜਿਹੜਾ ਹੁੰਦਾ ਹੈ, ਉਹਦੀ ਦੇਖਣੀ, ਉਹਦੀ ਝਾਕਣੀ, ਉਹਦੀ ਸੋਚਣੀ
ਉਹਦੇ ਖਿਆਲ, ਉਹਦੀ ਚੇਤਵਨੀ, ਇਹ ਸਭ ਥੋੜ੍ਹਾ ਜਿਹਾ ਹਟ ਕੇ ਹੁੰਦਾ ਹੈ ਇੱਕ ਆਮ ਬੰਦੇ ਨਾਲੋਂ। ਅਸੀਂ ਹਾਂ ਜਿਹੜੇ, ਇਵੇਂ ਤੁਸੀਂ ਵੱਧ ਸਮਝੋਗੇ, ਅਸੀਂ ਪਹਿਲਾਂ ਕੋਈ ਚੀਜ਼ ਕਰਨ ਤੋਂ ਸੋਚਦੇ ਹਾਂ, ਫਿਰ ਉਹਦੇ ਬਾਰੇ ਅਸੀਂ ਫੈਸਲਾ ਕਰਦੇ ਹਾਂ। ਪਹਿਲਾਂ ਮੇਰੇ ਅੰਦਰ, ਤੁਹਾਡੇ ਅੰਦਰ ਇੱਕ ਖਿਆਲ ਉੱਠੇਗਾ। ਇਹ ਖਿਆਲ ਚੰਗਾ ਵੀ ਹੋ ਸਕਦਾ, ਇਹ ਖਿਆਲ ਬੁਰਾ ਵੀ ਹੋ ਸਕਦਾ। ਪਹਿਲਾਂ ਇਹ ਚੀਜ਼ ਹੋਵੇਗੀ ਸ਼ੁਰੂ ਦੇ ਵਿੱਚ, ਫਿਰ ਤੁਸੀਂ ਉਹਦੇ ਬਾਰੇ ਸੋਚੋਗੇ, ਕਰਾਂ ਕਿ ਨਾ ਕਰਾਂ, ਕਰਾਂ ਜਾਂ ਨਾ ਕਰਾਂ। ਫਿਰ ਤੀਜਾ ਸਟੈਪ ਇਹ ਆ ਵੀ ਤੁਸੀਂ ਉਹਨੂੰ ਕਰੋਗੇ ਜਾਂ ਉਹਨੂੰ ਛੱਡ ਦੋਗੇ ਜਾਂ ਡਿਲੀਟ ਕਰ ਦੋਗੇ। ਇਹ ਤੁਹਾਡੇ 'ਤੇ ਆ। ਇਸ ਕਰਕੇ ਫਿਰ ਇਵੇਂ ਉਹ ਸੋਚੀਆਂ ਹੋਈਆਂ ਗੱਲਾਂ ਇੱਕ ਦਿਨ ਕਰਮ ਬਣ ਜਾਂਦੀਆਂ ਨੇ। ਕਰਮ ਹੀ ਬੰਦੇ ਨੂੰ ਗੁਰੂ ਦੇ ਨੇੜੇ, ਕਰਮ ਹੀ ਬੰਦੇ ਗੁਰੂ ਤੋਂ ਦੂਰ ਲੈ ਜਾਂਦੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹ ਜਪਜੀ ਸਾਹਿਬ ਦੇ ਵਿੱਚ ਹੀ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਹੋਈਆਂ ਨੇ ਕਿ ਬੰਦਾ ਕਰਮਾਂ ਕਰਕੇ ਹੀ ਰੱਬ ਦੇ ਨੇੜੇ ਆ ਤੇ ਕਰਮਾਂ ਕਰਕੇ ਹੀ ਰੱਬ ਤੋਂ ਦੂਰ ਆ। ਕਰਮ ਹੀ ਉਹਨੂੰ ਖੁਦਾ ਦੇ ਨੇੜੇ, ਕਰਮ ਹੀ ਉਹਨੂੰ ਆਪਣੇ ਗੁਰੂ ਤੋਂ ਦੂਰ। ਕਿਉਂ? ਇਹ ਕਿਉਂ ਆ? ਕਿਉਂਕਿ ਕਰਮ ਚੰਗੇ ਵੀ ਹੋ ਸਕਦੇ ਨੇ ਤੇ ਕਰਮ ਮਾੜੇ ਵੀ ਹੋ ਸਕਦੇ ਨੇ। ਕਰਮ ਸ਼ੁਭ ਵੀ ਹੋ ਸਕਦੇ ਨੇ, ਕਰਮ ਮਲੀਨ ਵੀ ਹੋ ਸਕਦੇ ਨੇ। ਤਾਂ ਇੱਥੇ ਗੁਰੂ ਜੀ ਕਹਿੰਦੇ ਆ, ਗੁਰੂ ਨੇ ਮੈਨੂੰ ਉਹ ਖਜ਼ਾਨਾ ਦੇ ਦਿੱਤਾ ਜਿਹਦੇ ਕਰਕੇ ਹੁਣ ਮੇਰੇ ਕਰਮ ਚੰਗੇ ਹੋ ਗਏ ਨੇ। ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਮੈਂ ਆਪਣੇ ਗੁਰੂ ਨੂੰ ਹਿਰਦੇ ਵਿੱਚ ਵਸਾ ਕੇ ਚੇਤੇ ਕਰਦਾ ਹਾਂ ਤੇ ਹੁਣ ਉਹ ਧਨਵੰਤ ਮੈਂ ਜਾਣ ਗਿਆ। ਉਹ ਬੰਦੇ ਦੌਲਤਮੰਦ ਨੇ, ਉਹ ਬੰਦੇ ਅਸਲ ਅਮੀਰ ਨੇ ਗੁਰੂ ਦੇ ਅਨੁਸਾਰ, ਜਿਨ੍ਹਾਂ ਦੀ ਨਾਮ ਦੇ ਨਾਲ ਲਿਵ ਲੱਗੀ ਹੋਈ ਆ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਦੇਖੋ, ਜਿਹਨੂੰ ਤੁਸੀਂ ਯਾਦ ਕਰੋਗੇ ਗੁਰਸਿੱਖ ਪਿਆਰਿਓ, ਜਿਹਨੂੰ ਤੁਸੀਂ ਯਾਦਾਂ ਵਿੱਚ ਸਾਰਾ ਦਿਨ ਰੱਖੋਗੇ, ਬਸ ਉਹ ਤੁਸੀਂ ਹੋ ਜਾਓਗੇ ਇੱਕ ਦਿਨ, ਉਹੋ ਜਿਹੇ ਤੁਸੀਂ ਹੋ ਜਾਓਗੇ। ਸੇ ਧਨਵੰਤ, ਉਹ ਪਿਆਰੇ ਜਿਹੜੇ ਨਾਮ ਨੂੰ ਯਾਦ ਕਰਦੇ ਨੇ, ਚੇਤੇ ਕਰਦੇ ਨੇ ਰੋਜ਼ ਹੀ, ਅੱਠੇ ਪਹਿਰ ਹੀ, ਉਹਨਾਂ ਦਾ ਸੁਭਾਅ ਬੜਾ ਕੋਮਲ ਹੋ ਜਾਂਦਾ। ਉਹ ਦੌਲਤਮੰਦ ਹੋ ਜਾਂਦੇ ਨੇ, ਉਹ ਰੱਜ ਜਾਂਦੇ ਨੇ, ਉਹਨਾਂ ਨੂੰ ਰੱਜ ਆ ਜਾਂਦਾ। ਇੱਕ ਬੰਦਾ ਉਹ ਆ ਜਿਹਦੇ ਕੋਲ ਪੈਸੇ ਵੀ ਬਹੁਤ ਆ, ਫਿਰ ਵੀ ਉਹ ਪੈਸਾ ਕਰ ਰਿਹਾ, ਉਹਨੂੰ ਰੱਜਿਆ ਨਹੀਂ ਕਹਿ ਸਕਦੇ ਆਪਾਂ। ਇੱਕ ਬੰਦਾ ਸੰਤੋਖੀ ਆ, ਉਹਦੇ ਕੋਲ ਬਾਹਲੇ ਪੈਸੇ ਨਹੀਂ ਹੈਗੇ ਪਰ ਉਹ ਰੱਜ ਚੁੱਕਾ ਹੈ, ਉਹਨੂੰ ਸੰਤੋਖ ਆ ਗਿਆ। ਸੰਤੋਖ ਲਈ ਪੈਸਿਆਂ ਦੀ ਨਹੀਂ, ਸੰਤੋਖ ਦੇ ਨਾਲ ਹੀ ਬੰਦਾ ਰੱਜਦਾ। ਰੱਜਣ ਲਈ ਪੈਸਿਆਂ ਦੀ ਨਹੀਂ, ਸੰਤੋਖ ਦੀ ਲੋੜ ਪੈਂਦੀ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਤਾਂ ਉਹ ਬੰਦੇ ਅਸਲੀ ਧਨਵੰਤ ਜਾਣੋ ਗੁਰੂ ਦੇ ਪਿਆਰਿਓ, ਜਿਨ੍ਹਾਂ ਨੇ ਨਾਮ ਦੇ ਨਾਲ ਲਿਵ ਲਾਈ ਆ, ਉਹ ਰੱਜ ਗਏ ਨੇ। ਤੇ ਇਹ ਕਿਵੇਂ ਰੱਜੇ? ਗੁਰੂ ਦੇ ਕੋਲੇ ਰਹਿ ਕੇ ਰੱਜੇ ਨੇ। ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਨੇ ਆਪਣੇ ਮਨ ਨੂੰ ਸ਼ਾਂਤ ਕੀਤਾ, ਮਨ ਨੂੰ ਟਿਕਾਇਆ। ਦੇਖੋ, ਇੱਕ ਬੰਦੇ ਦੇ ਕੋਲੇ, ਜਿਵੇਂ ਮਹਾਰਾਜ ਕਹਿੰਦੇ ਆ, ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਇੱਕ ਬੰਦੇ ਕੋਲ ਬਹੁਤ ਪੈਸੇ ਆ, ਵੱਡਾ ਬਿਜ਼ਨਸਮੈਨ, ਕਾਰੋਬਾਰ ਉਹਦਾ, ਪਰ ਉਹਦਾ ਮਨ ਨਹੀਂ ਟਿਕਿਆ ਹੋਇਆ, ਉਹਦਾ ਮਨ ਹੀ ਨਹੀਂ ਸ਼ਾਂਤ। ਫਿਰ ਕੀ ਫਾਇਦਾ ਹੈ? ਪਹਿਲਾਂ ਬੰਦਾ ਭੱਜ ਦੌੜ ਕਰਦਾ, ਉਹਨੂੰ ਪੁੱਛੋ ਕਿਉਂ ਕਰਦਾ, ਕਹਿੰਦਾ ਜੀ ਸਹੂਲਤਾਂ ਮਿਲ ਜਾਣ, ਸਹੂਲਤਾਂ ਆ ਜਾਣ ਘਰੇ। ਠੀਕ ਆ, ਸਹੂਲਤਾਂ ਆ ਜਾਂਦੀਆਂ ਨੇ, ਫਿਰ ਮੇਰੇ ਬੱਚੇ ਜਿਹੜੇ, ਪੀੜ੍ਹੀਆਂ ਜਿਹੜੀਆਂ ਨੇ ਸੌਖੀਆਂ ਹੋ ਜਾਣ। ਠੀਕ ਆ। ਇਵੇਂ ਵਿਦਵਾਨ ਕਹਿੰਦੇ ਸਾਰੇ ਲੋਕ ਆਪਣੀਆਂ 7-8 ਪੀੜ੍ਹੀਆਂ ਨੂੰ
ਵੈਲ ਸੈਟਲ ਕਰਕੇ ਜਾਣਾ ਚਾਹੁੰਦੇ ਨੇ ਤੇ ਅਗਲੀ ਪੀੜ੍ਹੀ ਦੀ ਕੋਈ ਫਿਕਰ ਨਹੀਂ ਕਰਦਾ। ਆਪ ਕੀ ਲੋਕ ਇੰਨਾ ਪੈਸਾ ਜੋੜਨਾ ਚਾਹੁੰਦੇ ਆ ਕਿ ਉਹ ਕਹਿਣ ਵੀ ਸਾਡੀਆਂ 7 ਪੁਸ਼ਤਾਂ ਬਹਿ ਕੇ ਆਰਾਮ ਨਾਲ ਖਾ ਸਕਣ। ਕਹਿੰਦੇ 8ਵੀਂ ਪੀੜ੍ਹੀ ਦੀ ਫਿਕਰ ਨਹੀਂ ਕਰਦੇ। ਭਾਵ ਕਿ ਉਹਨਾਂ ਨੂੰ ਆਪਣਾ ਨਹੀਂ ਵੀ ਅਸੀਂ ਆਪਣਾ ਸਵਾਰ ਲਈਏ, ਆਉਣ ਵਾਲਿਆਂ ਦੀ ਫਿਕਰ ਦੇ ਵਿੱਚ ਉਹ ਜ਼ਿੰਦਗੀ 'ਚ ਖੁਆਰ ਹੋ ਜਾਂਦੇ ਆ, ਆਨੰਦ ਨਹੀਂ ਲੈ ਸਕਦੇ ਜ਼ਿੰਦਗੀ ਦਾ। ਉਸ ਤੋਂ ਬਾਅਦ ਜੇ ਆਪਾਂ ਇਹਨੂੰ ਬਹੁਤ ਡੂੰਘਾਈ ਦੇ ਵਿੱਚ ਦੇਖਣਾ ਹੋਵੇ, ਹਰ ਬੰਦਾ ਇਹ ਭੱਜ ਦੌੜ ਦੇ ਵਿੱਚ, ਜਿਹਨੂੰ ਰੈਟ ਰੇਸ ਕਹਿੰਦੇ ਨੇ, ਇਹਦੇ ਵਿੱਚ ਸ਼ਾਮਲ ਆ ਹਰ ਬੰਦਾ ਹੀ। ਗੱਲ ਇਹ ਨਹੀਂ ਕਿ ਭੱਜ ਦੌੜ ਤੁਸੀਂ ਕਰ ਰਹੇ ਹੋ, ਗੱਲ ਇਹ ਨਹੀਂ ਹੈ, ਜ਼ਰੂਰੀ ਆ। ਗੱਲ ਇਹ ਆ ਵੀ ਉਹਦੇ ਵਿੱਚ ਕੀ ਹੈ, ਉਹ ਕਰਦੇ ਸਮੇਂ ਤੁਹਾਡੇ ਅੰਦਰ ਕੀ ਕੀ ਚੱਲਦਾ ਰਹਿੰਦਾ ਹੈ। ਭੱਜ ਦੌੜ ਤੋਂ ਬਿਨਾਂ ਜ਼ਿੰਦਗੀ ਨਹੀਂ, ਭੱਜ ਦੌੜ ਤੋਂ ਬਿਨਾਂ ਬੰਦਾ ਕੁਝ ਸਿਰਜ ਨਹੀਂ ਸਕਦਾ। ਜੇ ਤੁਸੀਂ ਆਰਾਮ ਨਾਲ ਪਏ ਹੋ, ਕੁਝ ਕਰਦੇ ਹੀ ਨਹੀਂ, ਫਿਰ ਤੁਹਾਡਾ ਦੁਨੀਆ 'ਤੇ ਆਇਆਂ ਦਾ ਕੋਈ ਫਾਇਦਾ ਵੀ ਹੈ ਨਹੀਂ। ਗੱਲ ਉਹ ਨਹੀਂ ਕਿ ਭੱਜ ਦੌੜ ਹੈ, ਗੱਲ ਇਹ ਆ ਵੀ ਭੱਜ ਦੌੜ ਦੇ ਸਮੇਂ ਤੁਹਾਡਾ ਚਿੱਤ ਕਿੱਥੇ ਜੁੜਿਆ ਹੋਇਆ ਵਾ। ਹੱਥ ਕਾਰ ਵੱਲ ਤੇ ਚਿੱਤ ਕਰਤਾਰ ਦੇ ਵੱਲ, ਕੀ ਇਹ ਹੈ ਜਾਂ ਨਹੀਂ ਆ। ਇਸ ਕਰਕੇ ਕਹਿਣਾ ਪਿਆ ਭਗਤ ਰਵਿਦਾਸ ਜੀ ਨੂੰ, ਮਾਟੀ ਕੋ ਪੁੱਤਰਾ ਹੇ ਮਿੱਟੀ ਦੇ ਪੁਤਲਿਆ, ਕੈਸੇ ਨਚਤ ਹੈ, ਕਿਵੇਂ ਤੂੰ ਨੱਚ ਰਿਹਾ। ਦੇਖੈ ਦੇਖੈ ਸੁਣੇ ਬੋਲੇ, ਦੌਰਿਓ ਫਿਰਤ ਹੈ। ਦੇਖ ਦੇਖ ਕੇ ਸੁਣ ਸੁਣ ਕੇ ਗੱਲਾਂ ਕਈ ਵਾਰ ਤੂੰ ਬੋਲ ਦਿੰਦਾ ਹੈ, ਪਰ ਤੈਨੂੰ ਉਹਦਾ ਸੱਚ ਨਹੀਂ ਪਤਾ। ਜਬ ਕਛ ਪਾਵੇ ਤਬ ਗਰਭ ਕਰਤ ਹੈ। ਜਦੋਂ ਤੈਨੂੰ ਕੁਝ ਮਿਲ ਜਾਂਦਾ, ਤੂੰ ਗਰਭ ਦੇ ਨਾਲ, ਹੰਕਾਰ ਦੇ ਨਾਲ ਭਰ ਜਾਨਾ। ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਕੁਝ ਗਵਾਚ ਜਾਂਦਾ ਹੱਥੋਂ, ਉਦੋਂ ਤੂੰ ਰੋਣ ਲੱਗ ਜਾਨਾ। ਮਾਇਆ ਗਈ ਤਬ ਰੋਵਨ ਲਗਤ ਹੈ। ਇਸ ਕਰਕੇ ਤੇਰੀਆਂ ਖੁਸ਼ੀਆਂ ਚੀਜ਼ਾਂ ਤੈਅ ਕਰ ਰਹੀਆਂ ਨੇ। ਤੂੰ ਚੀਜ਼ਾਂ ਕਰਕੇ ਖੁਸ਼ ਹਾਂ, ਤੂੰ ਆਪਣੇ ਆਪ ਕਰਕੇ ਨਹੀਂ ਖੁਸ਼। ਸੇ ਧਨਵੰਤ ਪਰ ਰੱਬ ਦੇ ਪਿਆਰੇ, ਆਪਣੇ ਆਪ ਕਰਕੇ ਖੁਸ਼ ਹੁੰਦੇ ਨੇ। ਮੰਨ ਲਵੋ ਤੁਸੀਂ, ਮੈਂ, ਆਪਾਂ ਕਿਸੇ ਚੀਜ਼ ਕਰਕੇ ਖੁਸ਼ ਹਾਂ, ਤੇ ਕੱਲ੍ਹ ਨੂੰ ਉਹ ਜੇ ਸਾਡੇ ਤੋਂ ਖੋਹ ਲਈ ਜਾਵੇ, ਅਸੀਂ ਫਿਰ ਖੁਸ਼ ਥੋੜ੍ਹੀ ਹੋਵਾਂਗੇ, ਉਦਾਸ ਹੋ ਜਾਵਾਂਗੇ। ਜੇਕਰ ਆਪਾਂ ਕਿਸੇ ਚੀਜ਼ ਨੂੰ ਇਉਂ ਜਾਣੀਏ ਆਪਣੇ ਕੋਲੇ ਹੈ, ਠੀਕ ਆ, ਚਲੀ ਵੀ ਗਈ ਕੱਲ੍ਹ ਨੂੰ ਤੇ ਤਾਂ ਵੀ ਠੀਕ ਹੈ। ਬੜਾ ਜਿਵੇਂ ਕਹਿਣਾ ਸੌਖਾ ਲੱਗਦਾ, ਕਰਨਾ ਥੋੜ੍ਹਾ ਔਖਾ ਹੈ, ਮੁਸ਼ਕਿਲ ਆ। ਮੇਰੇ ਕੋਲ ਕੋਈ ਚੀਜ਼ ਆ, ਉਹਦੇ ਹੋਣ ਕਰਕੇ ਮੈਨੂੰ ਬਹੁਤਾ ਕੋਈ ਚਾਅ ਨਹੀਂ ਹੈਗਾ। ਜੇ ਚਲੀ ਵੀ ਗਈ ਮੈਨੂੰ ਦੁੱਖ ਨਹੀਂ ਹੋਣਾ। ਗੁਰੂ ਤੇਗ ਬਹਾਦਰ ਜੀ ਨੇ ਸਾਰਾ ਜ਼ੋਰ ਇਸੇ ਗੱਲ 'ਤੇ ਲਾਇਆ ਹੈ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨ। ਇੱਕ ਕੋਈ ਉਸਤਾਦ ਜੀ ਸਨ, ਉਹਨਾਂ ਨੇ ਕੀ ਕੀਤਾ ਕਿ ਆਪਣੇ ਚੇਲੇ ਨੂੰ ਬਾਂਸਰੀ ਵਜਾਉਣੀ ਸਿਖਾਈ। ਜਦੋਂ ਬਾਂਸਰੀ ਵਜਾਉਣੀ ਸਿਖਾਈ, ਉਹ ਆਪਦੇ ਹੱਥ ਦੇ ਨਾਲ ਉਹਨਾਂ ਨੂੰ ਦਿੱਤੀ, ਆਪਣੇ ਚੇਲੇ ਨੂੰ। ਬਹੁਤ ਸੋਹਣੀ ਬਾਂਸਰੀ 1 ਸਾਲ ਦੇ ਵਿੱਚ ਵਜਾਉਣੀ ਸਿੱਖ ਗਿਆ। ਇੱਕ ਦਿਨ ਕਿਸ਼ਤੀ 'ਚ ਬਿਠਾ ਕੇ ਉਹਨੂੰ ਲੈ ਗਏ ਨਦੀ ਦੇ ਬਿਲਕੁਲ ਵਿਚਾਲੇ। ਉਹਨੂੰ ਕਹਿਣ ਲੱਗੇ, ਹੁਣ ਤੂੰ ਇਉਂ ਕਰ, ਆਹ ਜਿਹੜੀ ਬਾਂਸਰੀ ਆ ਨਾ, ਇਹਨੂੰ ਪਾਣੀ 'ਚ ਸੁੱਟ ਦੇ, ਨਦੀ 'ਚ ਸੁੱਟ ਦੇ। ਉਹ ਹੈਰਾਨ ਹੋਇਆ, ਇੰਨੇ ਪਿਆਰ ਦੇ ਨਾਲ ਤੁਸੀਂ ਮੈਨੂੰ ਦਿੱਤੀ ਆ ਇਹ, ਮੈਂ ਕਿਵੇਂ ਸੁੱਟਦਾ। ਕਹਿੰਦੇ ਇਹੀ ਤਾਂ ਜ਼ਿੰਦਗੀ ਦਾ ਰਾਜ ਆ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਮਿਲਣਾ ਤੇ ਵਿਛੜਨਾ, ਦੁਨੀਆ ਦੀ ਗੱਡੀ ਨੂੰ ਇਹ ਦੋਨੋਂ ਚੀਜ਼ਾਂ ਚਲਾਉਂਦੀਆਂ ਨੇ। ਇਹ ਡਰਾਈਵਰ ਨੇ, ਕਦੇ ਉਹ ਆ ਜਾਂਦਾ, ਕਦੇ ਉਹ ਆ ਜਾਂਦਾ। ਜਿਵੇਂ ਡਰਾਈਵਰ ਨਹੀਂ ਬਦਲਦੇ, ਦਿਨ ਦੀ ਸ਼ਿਫਟ ਹੋਰ, ਰਾਤ ਦੇ ਸਮੇਂ ਡਿਊਟੀ ਹੋਰ ਦੀ ਹੁੰਦੀ ਆ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਸੰਜੋਗ ਮਿਲਣਾ, ਵਿਜੋਗ ਵਿਛੜਨਾ, ਇਹੀ ਸੰਸਾਰ ਦੀ ਗੱਡੀ ਨੂੰ ਚਲਾ ਰਹੇ ਨੇ। ਤੂੰ ਇਹ ਬਾਂਸਰੀ ਨੂੰ ਸੁੱਟ ਦੇ। ਇਸ ਕਰਕੇ ਉਸਤਾਦ ਨੇ ਕੀ ਕੀਤਾ ਕਿ ਉਹ ਚੇਲੇ ਨੂੰ ਆਖਿਆ, ਉਹਨੂੰ ਔਖਾ ਲੱਗਾ ਪਹਿਲਾਂ, ਪਰ ਉਹਨੂੰ ਸੁੱਟਣੀ ਪਈ, ਉਸਤਾਦ ਸੀ, ਸਿੱਟ ਦਿੱਤੀ। ਕਹਿੰਦੇ ਹੁਣ ਇਹਦਾ ਗਮ ਨਾ ਕਰੀ, ਮੁੜ ਕੇ ਨਾ ਝਾਕੀ ਇਹਦੇ ਵੱਲ ਵੀ ਮੈਂ ਸੁੱਟਤੀ, ਕੀ ਹੋ ਗਿਆ।
ਇਹ ਅੱਜ ਬੰਸਰੀ ਡਿੱਗੀ ਆ, ਬੰਸਰੀ ਸੁੱਟਣੀ ਪਈ ਆ, ਕੱਲ ਨੂੰ ਬਹੁਤ ਕੁਝ ਹੋਣਾ ਤੇਰੇ ਨਾਲ। ਤੇਰਾ ਪਰਿਵਾਰ ਵੀ ਵਿਛੜੇਗਾ ਤੇ ਇੱਥੋਂ ਤੱਕ ਤੇਰਾ ਸਰੀਰ ਵੀ ਤੇਰੇ ਨਾਲੋਂ ਵਿਛੜੇਗਾ। ਇਹ ਰਹੱਸ ਤੂੰ ਜਾਣ ਲੈ। ਇਹੀ ਜ਼ਿੰਦਗੀ ਨੂੰ ਜਿਉਣ ਦੀ ਇੱਕ ਕਲਾ ਹੈ। ਅਵਗੁਣ ਕਾਟ ਗੁਣ ਹਿਰਦੈ ਸਮਾਏ। ਸਾਨੂੰ ਦੁਨੀਆ 'ਚ ਆ ਕੇ ਆਪਦੇ ਅਵਗੁਣ ਜਿਹੜੇ ਨੇ ਰੋਜ਼ ਰੋਜ਼ ਅੰਦਰੋਂ ਕੱਟਣੇ ਚਾਹੀਦੇ ਆ, ਦੂਰ ਕਰਨੇ ਚਾਹੀਦੇ ਨੇ, ਯਤਨ ਕਰਨਾ ਚਾਹੀਦਾ ਗੁਣਾਂ ਨੂੰ ਅੰਦਰ ਲਿਜਾਣ ਦਾ, ਅਵਗੁਣਾਂ ਨੂੰ ਆਪਣੇ ਤੋਂ ਦੂਰ ਕਰਨ ਦਾ। ਵਿਦਵਾਨ ਨੇ ਇੱਕ ਆਖਿਆ ਹੈ, ਬਹੁਤ ਪਿਆਰੀ ਗੱਲ ਆ। ਕਹਿੰਦੇ ਕਿ ਦੇਖੋ, ਚੰਗੀਆਂ ਆਦਤਾਂ ਜੇ ਤੁਸੀਂ ਕਮਾਉਣੀਆਂ ਨੇ ਤਾਂ ਇਹ ਮਹਿੰਗੀਆਂ ਨਹੀਂ ਹੁੰਦੀਆਂ। ਜੇ ਤੁਸੀਂ ਕੋਈ ਚੰਗੀ ਆਦਤ ਬਣਾਉਣੀ ਚਾਹੁੰਦੇ ਹੋ, ਕਮਾਉਣੀ ਚਾਹੁੰਦੇ ਹੋ, ਤਾਂ ਇਹ ਜਿਹੜੀ ਆਦਤ ਆ ਜ਼ਰੂਰੀ ਨਹੀਂ ਵੀ ਬਹੁਤ ਪੈਸੇ ਲਾ ਕੇ ਤੇ ਮਹਿੰਗੀ ਹੋਊਗੀ, ਨਹੀਂ, ਇਹ ਤੁਸੀਂ ਕਮਾ ਸਕਦੇ ਹੋ। ਤੇ ਜਿਹੜੀ ਬੁਰੀ ਆਦਤ ਆ ਉਹ ਹੋ ਸਕਦਾ ਵੀ ਬਹੁਤ ਮਹਿੰਗੀ ਹੋਵੇ, ਬਹੁਤ ਮਹਿੰਗੀ ਹੋਵੇ, ਜ਼ਰੂਰੀ ਨਹੀਂ ਵੀ ਉਹ ਸਸਤੀ ਹੋਵੇ। ਜਿਵੇਂ ਸ਼ਰਾਬ ਆ ਰੋਜ਼ ਪੀਣੀ, ਇਹ ਬੜੀ ਮਹਿੰਗੀ ਆਦਤ ਆ, ਇੱਕ ਇਹ ਮਹਿੰਗੀ ਆ। ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ ਤੇ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਅਵਗੁਣ ਕਾਟ ਗੁਣ ਹਿਰਦੈ ਸਮਾਏ। ਤੂੰ ਆਪਦੇ ਅਵਗੁਣਾਂ ਨੂੰ ਕੱਟਿਆ ਕਰ, ਗੁਰੂ ਕੋਲੇ ਬੈਠ, ਤੈਨੂੰ ਪਤਾ ਲੱਗੇਗਾ ਮੇਰੇ 'ਚ ਕੀ ਕੀ ਕਮੀਆਂ ਨੇ। ਹੁਣ ਪਤਾ ਕਿਵੇਂ ਲੱਗੇਗਾ ਵੀ ਮੇਰੇ 'ਚ ਕੀ ਕਮੀਆਂ ਨੇ? ਕਿਉਂਕਿ ਕੋਈ ਆਪਦੀਆਂ ਕਮੀਆਂ ਨੂੰ ਮੰਨਣ ਨੂੰ ਤਿਆਰ ਨਹੀਂ। ਗਲਤੀ ਪਤਾ ਕਿੱਥੇ ਹੁੰਦੀ ਆ? ਮੰਨ ਲਓ ਮੇਰੇ 'ਚ ਕੋਈ ਗਲਤੀ ਆ, ਮੇਰੇ 'ਚ ਕੋਈ ਗਲਤ ਆਦਤ ਆ, ਮੈਂ ਉਹਨੂੰ ਮੰਨਣ ਨੂੰ ਹੀ ਤਿਆਰ ਨਹੀਂ ਹੈਗਾ ਮੈਂ ਗਲਤ ਹਾਂ। ਮੈਂ ਸਵੀਕਾਰ ਹੀ ਨਹੀਂ ਕਰ ਪਾ ਰਿਹਾ ਕਿ ਮੈਂ ਇੱਥੇ ਗਲਤ ਹਾਂ। ਜਦੋਂ ਆਪਾਂ ਬਾਣੀ ਨੂੰ ਖੋਜਦੇ ਹਾਂ, ਪੜ੍ਹਦੇ ਹਾਂ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਪਹਿਲਾਂ ਮਹਾਰਾਜ ਨੇ ਆਖਿਆ ਕਿ ਤੂੰ ਬਹੁਤ ਵੱਡਾ, ਉੱਚੇ ਉੱਪਰ ਉੱਚਾ ਨਾਮ। ਫਿਰ ਕਹਿੰਦੇ ਤੇਰਾ ਨਾਂ ਤੈਥੋਂ ਵੱਡਾ। ਫਿਰ ਕਹਿ ਦਿੱਤਾ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਤੇ ਸਾਰਿਆਂ ਤੋਂ ਉੱਤੇ ਕੀ ਆ? ਗੁਰੂ ਦੇ ਸ਼ਬਦ ਨੂੰ ਖੋਜ ਕੇ ਪੜ੍ਹਨਾ। ਜਦੋਂ ਆਪਾਂ ਇਹਨੂੰ ਪੜ੍ਹਾਂਗੇ ਫਿਰ ਆਪਾਂ ਨੂੰ ਪਤਾ ਲੱਗੂ ਜੇ ਤਾਂ ਮੈਂ ਇਹਨੂੰ ਉਲਟ ਜਾ ਰਿਹਾ ਤਾਂ ਉਹ ਅਵਗੁਣ ਆ, ਜਿਵੇਂ ਬਾਣੀ ਕਹਿ ਰਹੀ ਆ ਜਿਵੇਂ ਉਵੇਂ ਤੁਰ ਰਿਹਾ ਤਾਂ ਉਹ ਗੁਣ ਆ। ਇਵੇਂ ਸਾਨੂੰ ਪਤਾ ਲੱਗੇਗਾ। ਮੇਰੇ ਹਿਸਾਬ ਨਾਲ ਮੈਂ ਸਹੀ ਹਾਂ, ਤੁਹਾਡੇ ਹਿਸਾਬ ਨਾਲ ਤੁਸੀਂ ਸਹੀ ਹੋ, ਪਰ ਗੁਰੂ ਸਾਨੂੰ ਦੱਸੇਗਾ ਕਿ ਤੁਸੀਂ ਸਹੀ ਹੋ ਜਾਂ ਗਲਤ ਹੋ, ਮੈਂ ਸਹੀ ਹਾਂ ਜਾਂ ਮੈਂ ਗਲਤ ਹਾਂ। ਇਸ ਕਰਕੇ ਆਪੋ ਆਪਣੀ ਮੱਤ ਦੇ ਮੁਤਾਬਕ ਸਾਰੇ ਹੀ ਸਹੀ ਹੁੰਦੇ ਨੇ। ਮਸਕੀਨ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ 100 ਸਿਆਣੇ ਇੱਕੋ ਮੱਤ, ਮੂਰਖਾਂ ਆਪੋ ਆਪਣੀ। 100 ਸਿਆਣੇ ਬੰਦੇ ਕਹਿੰਦੇ ਬੈਠੇ ਹੋਣ ਸਭਾ ਦੇ ਵਿੱਚ, ਉਹਨਾਂ ਦੀ ਮੱਤ ਮਿਲ ਜਾਂਦੀ ਆ, ਮੂਰਖਾਂ ਦੀ ਨਹੀਂ ਮਿਲਦੀ ਹੁੰਦੀ। ਇਸ ਕਰਕੇ ਵੱਡੇ ਦਿਮਾਗ ਜਿਹੜੇ ਆਪਣੇ ਆਪ ਨੂੰ ਵੱਡਾ ਕਹਾਉਂਦੇ ਨੇ, ਉਹ ਟਕਰਾਏ ਬਿਨਾਂ ਨਹੀਂ ਰਹਿੰਦੇ ਹੁੰਦੇ, ਉਹਨਾਂ ਦਾ ਐਕਸੀਡੈਂਟ ਹੁੰਦਾ ਰਹਿੰਦਾ ਹੈ। ਜਿਹੜੇ ਕਹਿੰਦੇ ਨੇ ਮੈਂ ਬਹੁਤ ਵੱਡਾ, ਉਹ ਫਿਰ ਉਹਨਾਂ ਦਾ ਹੰਕਾਰ ਵੱਡਾ ਹੋਈ ਜਾਂਦਾ ਦਿਨ ਬ ਦਿਨ, ਡੇ ਬਾਈ ਡੇ, ਤੇ ਉਹ ਟਕਰਾ ਜਾਂਦੇ ਇੱਕ ਦੂਜੇ ਨਾਲ, ਉਹਨਾਂ ਦਾ ਐਕਸੀਡੈਂਟ ਹੁੰਦਾ ਰਹਿੰਦਾ ਹੈ। ਗੁਰੂ ਸਾਹਿਬ ਜੀ ਜੋ ਆਪਾਂ ਨੂੰ ਦੱਸਦੇ ਨੇ, ਰੋਜ਼ ਇੱਕ ਆਪਦੀ ਗਲਤ ਆਦਤ ਜੇ ਤੁਸੀਂ ਛੱਡਦੇ ਹੋ, 365 ਦਿਨ ਹੁੰਦੇ ਨੇ, ਕਈ ਵਾਰ 366 ਆ ਜਾਂਦੇ ਨੇ ਲੀਪ ਦੇ ਸਾਲ 'ਚ, ਚਲੋ 65 ਉੱਪਰੋਂ ਕੱਟ ਦਿਓ, 300 ਆਪਾਂ ਗਲਤ ਆਦਤਾਂ ਛੱਡ ਸਕਦੇ ਹਾਂ ਜੇ ਆਪਾਂ ਚਾਹੀਏ। ਜਿਵੇਂ ਇੱਕ ਤੁਸੀਂ ਸੁਣਿਆ ਹੋਣਾ ਨਾ, ਵਾਰਸ ਸ਼ਾਹ ਨੇ ਆਖਿਆ ਸੀ ਵੀ ਆਦਤਾਂ ਬੰਦੇ ਦੀਆਂ ਜਾਂਦੀਆਂ ਨਹੀਂ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਇਹ ਉਹਨਾਂ ਦਾ ਇੱਕ ਕਥਨ ਆ। ਪਰ ਇਹ ਵੀ ਦੇਖੋ, ਵਾਰਸ ਸ਼ਾਹ ਨੂੰ ਇਹ ਵੀ ਕਹਿਣਾ ਚਾਹੀਦਾ ਹੈ ਵੀ ਆਦਤਾਂ ਜਾਂਦੀਆਂ ਨੇ ਜੇ ਛੱਡੀਏ ਥੋੜ੍ਹੀਆਂ ਥੋੜ੍ਹੀਆਂ ਜੀ। ਥੋੜ੍ਹੀ ਥੋੜ੍ਹੀ ਕਰਕੇ ਕੋਈ ਵੀ ਚੀਜ਼ ਨੂੰ ਤੁਸੀਂ ਛੱਡਣਾ ਚਾਹੁੰਦੇ ਹੋ ਤਾਂ ਛੱਡ ਸਕਦੇ ਹੋ। ਅਜਾਮਲ ਨੇ ਆਪਣਾ ਸੁਭਾਅ ਛੱਡਿਆ, ਪਾਪੀ ਸੀ, ਸਹੀ ਬਣਿਆ। ਮਲਿਕ ਭਾਗੋ ਨੇ ਆਪਣਾ ਸੁਭਾਅ ਛੱਡਿਆ, ਸਹੀ ਬਣਿਆ। ਕੌਡਾ ਰਾਖਸ਼ ਸੀ, ਗੁਰੂ ਨਾਨਕ ਦੇਵ ਜੀ ਨੇ ਉਹਦੇ ਕੋਲ ਗਏ, ਉਹ ਬਦਲਿਆ, ਉਹਨੇ ਆਪਦਾ ਸੁਭਾਅ ਛੱਡਿਆ। ਹਾਂ, ਕੁਝ ਬੰਦੇ ਹੈਗੇ ਆ ਜਿਨ੍ਹਾਂ ਨੇ ਨਹੀਂ ਵੀ ਛੱਡਿਆ, ਉਹ ਔਰੰਗਜ਼ੇਬ ਆ ਜਿਵੇਂ, ਉਹ ਨਹੀਂ ਬਦਲਿਆ, ਉਹਨੇ ਨਹੀਂ ਛੱਡਿਆ ਸੁਭਾਅ। ਤੇ ਗੰਗੂ ਸੀ, ਉਹਨੇ ਨਹੀਂ ਛੱਡਿਆ।
ਕੁਝ ਬੰਦੇ ਹੁੰਦੇ ਆ ਪਰ ਆਪਾਂ ਉਹਨਾਂ ਚੋਂ ਨਹੀਂ ਬਣਨਾ ਜਿਹੜੇ ਆਪਦਾ ਸੁਭਾਅ ਨਹੀਂ ਛੱਡਦੇ। ਆਪਾਂ ਉਹਨਾਂ ਚੋਂ ਬਣਨਾ ਹੈ ਜਿਹੜੇ ਆਪਣਾ ਸੁਭਾਅ ਛੱਡ ਕੇ ਸੋਹਣਾ ਸੁਭਾਅ ਬਣਾਉਂਦੇ ਆ। ਜੇ ਤੁਸੀਂ ਇਵੇਂ ਕਹਿ ਦੇਵਾਂ, ਇਵੇਂ ਵੱਧ ਕਲੀਅਰ ਹੋਵੇਗੀ ਗੱਲ, ਗੁਰੂ ਜੈਸਾ ਸੁਭਾਅ ਬਣਾਉਣਾ, ਗੁਰੂ ਜੈਸਾ ਸੁਭਾਅ ਬਣਾਉਣਾ ਇਹ ਰੱਬ ਨਾਲ ਮਿਲਣਾ ਹੈ। ਗੁਰੂ ਤੋਂ ਉਲਟ ਸੁਭਾਅ ਬਣਾਉਣਾ ਇਹ ਸ਼ੈਤਾਨ ਨੂੰ ਮਿਲਣਾ ਹੈ। ਗੁਰੂ ਜੈਸਾ ਸੁਭਾਅ ਬਣਾਉਣਾ ਇਹ ਭਗਵਾਨ ਨੂੰ ਮਿਲਣਾ ਹੈ। ਇੱਥੇ ਆ ਸ਼ਬਦ ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਬਾਣੀਓ ਹੀ ਆਪਣੇ ਕੋਲੇ ਟੁੱਟਿਆਂ ਦਾ ਸਹਾਰਾ, ਜਿਹੜੇ ਲੋਕ ਟੁੱਟ ਜਾਂਦੇ ਨੇ ਉਹਨਾਂ ਦਾ ਸਹਾਰਾ ਬਾਣੀਓ ਹੀ ਹੁੰਦੀ ਆ। ਜਿਹਦਾ ਕੋਈ ਨਹੀਂ ਹੁੰਦਾ ਕਹਿੰਦੇ ਉਹਦੇ ਪ੍ਰਮਾਤਮਾ ਰੱਬ ਜੀ ਹੁੰਦੇ ਨੇ। ਇਸ ਕਰਕੇ ਬਹੁਤ ਬੱਚੇ ਅਨਾਥ ਨੇ। ਸਾਡੇ ਹੁੰਦਿਆਂ ਸੁੰਦਿਆਂ ਸਾਨੂੰ ਫਿਕਰ ਪਿਆ, ਅਸੀਂ ਕੀ ਕਰਾਂਗੇ। ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਪਲ ਤਾਂ ਉਹ ਵੀ ਜਾਂਦੇ ਨੇ। ਇਸ ਕਰਕੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤੋ ਪਾਇਨ ਤਿਨਾ ਪੇ ਰੋਜੀ ਦੇ। ਗੁਰੂ ਸਾਹਿਬ ਨੇ ਵਾਰ-ਵਾਰ ਆਖਿਆ, ਸਿੱਖਾ ਫਿਕਰ ਨਾ ਕਰ, ਚਿੰਤਾ ਨਾ ਕਰ। ਇੰਨੇ ਖਾਣ ਪੀਣ ਦੇ ਰੋਗ ਨਹੀਂ ਜਿੰਨੇ ਚਿੰਤਾ ਦੇ ਰੋਗ ਨੇ। 90% ਬਿਮਾਰੀਆਂ ਸੋਚ ਕੇ ਬੰਦੇ ਨੂੰ ਲੱਗਦੀਆਂ ਨੇ, ਖਾਣ ਪੀਣ ਦੇ ਨਾਲ ਲੱਗਦੀਆਂ ਨੇ। ਉਹ ਬੜੀਆਂ ਥੋੜੀਆਂ ਨੇ, ਉਹ ਬਹੁਤ ਘੱਟ ਨੇ, ਉਹ ਵੀ ਹੈਗੀਆਂ ਨੇ। ਪਰ ਜਿੰਨਾ ਚਿੰਤਾ ਦੇ ਨਾਲ ਦੇਖਿਆ ਗਿਆ ਹੈ ਬੰਦੇ ਨੂੰ ਰੋਗ ਲੱਗਦੇ ਨੇ, ਬਿਮਾਰੀ ਵੱਧਦੀ ਹੈ, ਇਹਨਾਂ ਨਹੀਂ ਮਹਾਰਾਜ ਕਹਿੰਦੇ ਅਸੀਂ ਦੇਖਿਆ। ਇਸ ਕਰਕੇ ਤੂੰ ਚਿੰਤਾ ਨਾ ਕਰਿਆ ਕਰ, ਚੇਤੇ ਕਰਿਆ ਕਰ। ਜਿਵੇਂ ਆਪਾਂ ਕਹਿੰਦੇ ਨਾ ਤੂੰ ਚੇਤੇ ਕਰ, ਚੇਤੇ ਕਰ, ਚਿੰਤਾ ਨਾ ਕਰ। ਮਿੱਟੀ ਪਾ ਦੇ ਗੱਲ ਤੇ, ਛੱਡ ਪਰਾਂ। ਸੌਖਾ ਨਹੀਂ ਹੁੰਦਾ ਉਹ ਕੰਮ, ਉਹਦੇ ਲਈ ਚੇਤੇ ਕਰਨਾ ਪੈਂਦਾ ਹੈ। ਚਿੰਤਾ ਦੂਰ ਉਦੋਂ ਹੁੰਦੀ ਆ ਜਦੋਂ ਮੈਂ ਮਾਲਕ ਨੂੰ ਚੇਤੇ ਕਰੂੰਗਾ। ਇਵੇਂ ਪੰਗਤੀ ਆ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਗੁਰਦੁਆਰਾ ਸਾਹਿਬ ਦੇ ਸਾਹਮਣੇ ਮੰਨ ਲਓ ਗੁਲਦਸਤੇ ਪਏ ਆ, ਆਪਾਂ ਨਵਾਂ ਗੁਲਦਸਤਾ ਲਿਆ ਕੇ ਪੁਰਾਣੇ ਗੁਲਦਸਤੇ ਦੀ ਜਗ੍ਹਾ 'ਤੇ ਰੱਖਣਾ ਤੇ ਪੁਰਾਣਾ ਚੱਕਣਾ ਪਊਗਾ, ਫਿਰ ਨਵਾਂ ਰੱਖਾਂਗੇ ਨਾ। ਗਲਾਸ 'ਚ ਪੂਰਾ ਨੱਕੋ ਨੱਕ ਪਾਣੀ ਭਰਿਆ, ਉਹ 'ਚ ਦੁੱਧ ਪਾਉਣਾ, ਪਾਣੀ ਕੱਢਣਾ ਪਊਗਾ। ਚਿੰਤਾ ਕੱਢੋ, ਇਹਦਾ ਇਲਾਜ ਹੈ। ਇਹਦਾ ਇਲਾਜ ਹੈ ਚੇਤੇ ਕਰੋ। ਮੈਂ ਸਿੱਧੀ ਕਿਵੇਂ ਚਿੰਤਾ ਦੂਰ ਕਰੂੰਗਾ? ਚਿੰਤਾ ਦੂਰ ਕਰ, ਚਿੰਤਾ ਦੂਰ ਹੋ ਜੇ, ਉਹਨੂੰ ਚੇਤੇ ਕਰਕੇ ਹੀ ਹੋਵੇਗੀ, ਜਦੋਂ ਹੋਵੇਗੀ। ਇਸ ਕਰਕੇ ਸੁਖ ਮਨ ਅੰਤਰ ਸਹਿਜ ਸਮਾਣੀ, ਪੂਰੇ ਗੁਰ ਕੀ ਸਾਚੀ ਬਾਣੀ। ਪੂਰੇ ਗੁਰੂ ਦੀ ਇਹ ਬਾਣੀ ਸੱਚੀ ਆ। ਜਦੋਂ ਅੰਦਰ ਵਸ ਜਾਂਦੀ ਆ ਉਦੋਂ ਇਦੋਂ ਬਿਨਾਂ ਕੁਝ ਚੰਗਾ ਨਹੀਂ ਲੱਗਦਾ। ਸ਼ੇਖ ਫਰੀਦ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ। ਹੇ ਮਾਂ, ਸ਼ੱਕਰ ਬਹੁਤ ਮਿੱਠੀ ਆ, ਕੋਈ ਸ਼ੱਕ ਨਹੀਂ, ਗੁੜ ਬਹੁਤ ਮਿੱਠਾ। ਮਾਖਿਓ ਕਹਿੰਦੇ ਆ ਸ਼ਹਿਦ ਨੂੰ, ਸ਼ਹਿਦ ਵੀ ਬੜਾ ਮਿੱਠਾ ਹੈ। ਮਾਝਾ ਦੁੱਧ, ਦੁੱਧ ਵੀ ਬੜਾ ਮਿੱਠਾ ਹੈ। ਪਰ ਇਹ ਨਾਮ ਦੀ ਮਿਠਾਸ ਤੱਕ ਨਹੀਂ ਪਹੁੰਚ ਸਕਦਾ। ਇਹ ਚੀਜ਼ਾਂ ਮਿੱਠੀਆਂ ਜ਼ਰੂਰ ਨੇ, ਪਰ ਇਦੋਂ ਵੀ ਮਿੱਠੀ ਮੈਨੂੰ ਨਮਾਜ਼ ਲੱਗਦੀ ਆ, ਮੈਨੂੰ ਕੁਰਾਨ ਸ਼ਰੀਫ ਦੀ ਬਾਣੀ ਲੱਗਦੀ ਆ, ਮੈਨੂੰ ਗੁਰਬਾਣੀ ਲੱਗਦੀ ਆ, ਮੈਨੂੰ ਖੁਦਾ ਦਾ ਨਾਮ ਲੱਗਦਾ ਹੈ। ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਇਹ ਅਚਰਜ ਦੇਖੋ ਨਾ ਕਿ ਦੁਬਦਾ ਮਾਰ ਕੇ ਹਰੀ ਦੇ ਨਾਮ ਨੂੰ ਵਸਾਇਆ ਜਾਣਾ। ਜੇ ਤੁਸੀਂ ਮਨ 'ਚ ਦੁਬਦਾ ਰੱਖੀ ਫਿਰਦੇ ਹੋ, ਦੁਬਦਾ ਹੁੰਦੀ ਆ ਗੁਰੂ ਹੈਗਾ ਵਾ ਕਿ ਨਹੀਂ ਹੈਗਾ, ਪਰਮਾਤਮਾ ਹੈਗਾ, ਕੀ ਪਤਾ ਨਾ ਹੋਵੇ, ਇਹਨੂੰ ਦੁਬਦਾ ਕਹਿੰਦੇ ਆ। ਨਾਮ ਅਮੋਲਕ ਨਾ ਪਾਇਆ ਜਾਏ, ਫਿਰ ਨਾਮ ਨਹੀਂ ਪਾਇਆ ਜਾਂਦਾ ਜਿਹਦਾ ਕੋਈ ਮੁੱਲ ਨਹੀਂ, ਅਮੋਲਕ ਆ। ਗੁਰ ਪ੍ਰਸਾਦ ਵਸੈ ਮਨ ਆਏ, ਇਹ ਗੁਰੂ ਦੀ ਕਿਰਪਾ ਨਾਲ ਹੀ ਅੰਦਰ ਵਸਦਾ। ਸ਼ਰਧਾ ਉਹੀ ਉਤਪੰਨ ਕਰਦਾ ਹੈ। ਸਭ ਮੈਂ ਵਸੈ ਪਰ ਵੇਖੋ ਸੋਏ, ਉਹ ਸਾਰਿਆਂ 'ਚ ਵਸ ਰਿਹਾ। ਗੁਰਮਤੀ ਗੁਰੂ ਦੀ ਮੱਤ ਨਾਲ ਘਟ ਸਾਰਿਆਂ ਦਿਲਾਂ ਵਿੱਚ ਪ੍ਰਗਟ ਹੋਏ, ਉਹ ਮੈਨੂੰ ਨਜ਼ਰ ਆਉਂਦਾ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਜਿਨ੍ਹਾਂ ਨੇ ਸਹਿਜ ਤਰੀਕੇ ਨਾਲ ਬਾਣੀ ਨੂੰ ਜਪਿਆ ਹੈ, ਬਾਣੀ ਨੂੰ ਪੜ੍ਹਿਆ ਹੈ,
ਉਹਨਾਂ ਨੇ ਜਾਣਿਆ ਕਿ ਇਦੋਂ ਉੱਪਰ ਕੁਝ ਨਹੀਂ ਹੈਗੀ। ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਇਦੋਂ ਉੱਪਰ ਕੁਝ ਨਹੀਂ, ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ। ਉੱਚੇ ਉੱਪਰ ਉੱਚਾ ਨਾਮ। ਹੇ ਵਾਹਿਗੁਰੂ ਤੂੰ ਉੱਚਾ ਹੈ, ਤੇਰਾ ਨਾਮ ਤੇਰੇ ਨਾਲੋਂ ਉੱਚਾ ਹੈ। ਪਰ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਗੁਰ ਸ਼ਬਦ ਨੂੰ ਵਿਚਾਰਨਾ ਉਦੋਂ ਵੀ ਉੱਪਰ ਆ, ਕਿਉਂਕਿ ਉਹਨੂੰ ਪੜ੍ਹ ਕੇ, ਉਹਨੂੰ ਖੋਜ ਕੇ ਪਤਾ ਲੱਗਣਾ ਕਿ ਤੂੰ ਬਹੁਤ ਵੱਡਾ, ਤੇਰਾ ਨਾਮ ਵੱਡਾ ਹੈ। ਵਿਚਾਰੇ ਤੋਂ ਬਿਨਾਂ ਨਹੀਂ ਨਾ ਪਤਾ ਲੱਗਣਾ। ਤਾਂ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਹੈ, ਨਾਨਕ ਨਾਮ ਮਿਲੈ ਮਨ ਮਾਨਿਆ। ਇਸ ਕਰਕੇ ਮੈਂ ਸ਼ਬਦ ਨੂੰ ਵਿਚਾਰਿਆ, ਖੋਜਿਆ, ਖੋਜ ਕੇ ਪੜ੍ਹਿਆ। ਫਿਰ ਉਹ ਨਾਨਕ ਜੀ ਤੁਹਾਡਾ ਨਾਮ ਮੇਰੇ ਹਿਰਦੇ ਵਿੱਚ ਵਸਿਆ। ਫਿਰ ਮੈਂ ਜਾਣਿਆ ਇਦੋਂ ਉੱਪਰ ਕੁਝ ਵੀ ਨਹੀਂ। ਦੁਨੀਆ 'ਚ ਕਹਿੰਦੇ ਪਹਾੜ ਬੜੇ ਸੋਹਣੇ ਆ, ਨਦੀਆਂ ਬੜੀਆਂ ਸੋਹਣੀਆਂ, ਫੁੱਲ ਤਿਤਲੀਆਂ ਆਦਿ ਬਹੁਤ ਚੀਜ਼ਾਂ ਨੇ, ਪੰਛੀ ਬਹੁਤ ਸੋਹਣੇ ਆ। ਪਰ ਅੱਖਾਂ ਮੀਟ ਕੇ ਜਦੋਂ ਮੈਂ ਵਾਹਿਗੁਰੂ ਕਹਿਣਾ, ਉਹ ਜਿਹੜੀ ਮੇਰੇ ਅੰਦਰ ਠੰਡ ਪੈਂਦੀ ਆ, ਉਦੋਂ ਕੁਝ ਵੀ ਨਹੀਂ ਸੋਹਣਾ। ਉਹ ਸਾਰਿਆਂ ਤੋਂ ਸੋਹਣਾ ਹੈ। ਦੇਖੋ ਚੀਜ਼ਾਂ ਬਹੁਤ ਸੋਹਣੀਆਂ, ਬਲਿਹਾਰੀ ਕੁਦਰਤ ਵਸਿਆ, ਸਾਰੀਆਂ ਰੂਹਾਂ ਬੜੀਆਂ ਸੁੰਦਰ ਨੇ। ਪਰ ਜਦੋਂ ਮੈਂ ਨਾਮ ਜਪਦਾ, ਉਹ ਵਾਲੀ ਜਿਹੜੀ ਅਵਸਥਾ ਉਹ ਜ਼ਿਆਦਾ ਸੋਹਣੀ ਆ। ਉਹਦੇ ਬਾਰੇ ਤਾਂ ਕਿਉਂਕਿ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਮੈਂ ਕਹਿ ਹੀ ਨਹੀਂ ਸਕਦਾ ਵੀ ਕਿੰਨੀ ਕੁ ਸੋਹਣੀ ਅਵਸਥਾ ਹੈ, ਕਿੰਨੀ ਕੁ ਸ਼ਾਂਤ ਵਾਲੀ ਅਵਸਥਾ ਹੈ। ਕੋਈ ਵੀ ਦੱਸ ਨਹੀਂ ਸਕਦਾ। ਜਿਨ੍ਹਾਂ ਨੇ ਸੁਨਹੁ ਲੋਗਾ ਮੈਂ ਪ੍ਰੇਮ ਰਸ ਪਾਇਆ, ਜਿਨ੍ਹਾਂ ਨੇ ਉਹ ਰਸ ਮਾਣਿਆ, ਕਿ ਉਹ ਦੱਸ ਸਕੇ ਨੇ ਨਹੀਂ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, 2 ਪੰਕਤੀਆਂ ਉਹਦੇ ਵਿੱਚੋਂ ਆਪਾਂ ਲੈਂਦੇ ਹਾਂ, ਬੜੀਆਂ ਸੋਹਣੀਆਂ ਨੇ। ਕਹਿੰਦੇ ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਅੱਗੇ ਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮੇਰੇ ਕੋਲ ਬਹੁਤ ਪੈਸੇ ਆ, ਬਹੁਤ ਪੈਸੇ ਆ, ਮੈਂ ਮਾਲੀ ਨੂੰ ਦਿੱਤੇ, ਆਖਿਆ ਬਾਗਬਾਨੀ ਘੜ ਗਿਆ। ਮੇਰੇ ਕੋਲ ਬਹੁਤ ਪੈਸੇ ਸੀ, ਮੈਂ ਸੁਨਿਆਰੇ ਨੂੰ ਆਖਿਆ ਸੋਨੇ ਦੇ ਗਹਿਣੇ ਘੜ ਦਿੱਤੇ। ਇਵੇਂ ਮੈਂ ਫਿਰ ਰਾਜ ਮਿਸਤਰੀ ਨੂੰ ਆਖਿਆ ਮਕਾਨ ਬਣਾ ਗਿਆ। ਜੋੜੀਆਂ ਵਾਲਿਆਂ ਨੂੰ ਆਖਿਆ ਜੋੜੀਆਂ ਘੜਦੀ, ਲੱਕੜਾਂ ਘੜਦੀ, ਉਹਨੇ ਪੈਸੇ ਲਏ ਤੇ ਕਰ ਦਿੱਤਾ। ਇੱਕ ਕੰਮ ਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਬੰਦਿਆ ਤੈਨੂੰ ਹੀ ਕਰਨਾ ਪੈਣਾ। ਆਪਣ ਹੱਥੀ ਆਪਣਾ, ਤੇਰੀਆਂ ਆਦਤਾਂ ਤੂੰ ਹੀ ਉਹਨੂੰ ਸੁਧਾਰ ਸਕਦਾ, ਕੋਈ ਦੂਜਾ ਨਹੀਂ ਸੁਧਾਰ ਸਕਦਾ। ਕਈ ਕੰਮ ਪੈਸੇ ਦੇ ਕੇ ਹੋ ਜਾਂਦੇ ਨੇ ਦੁਨੀਆ 'ਚ। ਕਈ ਕਹਿੰਦੇ ਨੇ ਨਾ ਪੈਸਾ ਦਿਓ ਤੇ ਸਾਰਾ ਕੁਝ ਹੋ ਜਾਂਦਾ। ਨਹੀਂ, ਇਹ ਗੱਲ ਉਹ ਲੋਕ ਕਹਿਣਗੇ ਜਿਹੜੇ ਆਪ ਪੈਸੇ ਲਈ ਵਿਕਣ ਲਈ ਤਿਆਰ ਹੁੰਦੇ ਨੇ। ਸਾਰੇ ਕੰਮ ਨਹੀਂ ਪੈਸੇ ਨਾਲ ਹੁੰਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਆਪਣੇ ਆਪ ਨੂੰ ਸੁਧਾਰਨਾ, ਤੁਸੀਂ ਸੁਧਾਰਨਾ, ਕਿ ਇਹ ਪੈਸੇ ਨਾਲ ਹੋ ਜਾਏਗਾ? ਨਹੀਂ, ਇਹਨੂੰ ਹੀ ਅਭਿਆਸ ਕਹਿੰਦੇ ਨੇ, ਇਹਨੂੰ ਹੀ ਸਤਿਗੁਣ ਕਹਿੰਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਚਾਹੁੰਦੇ ਨੇ ਜਿਹਨੇ ਤੁਹਾਨੂੰ ਸਾਹ ਦਿੱਤੇ ਆ, ਜਿਸਕੇ ਜੀ ਪ੍ਰਾਣ ਹੈ, ਜਿਹਦੇ ਹੱਥਾਂ ਵਿੱਚ ਡੋਰ ਆ, ਪ੍ਰਭ ਡੋਰੀ ਹਾਥ ਤੁਮਾਰੇ, ਕਾਦੀ ਡੋਰ ਆ ਸਾਹਾਂ ਦੀ, ਉਹਨੂੰ ਕਿਉਂ ਭੁਲਾਈਏ। ਆਪਣ ਹੱਥੀ ਆਪਣਾ ਉਹਨੂੰ ਯਾਦ ਕਰਕੇ ਆਪਣੇ ਆਪ ਨੂੰ ਸਵਾਰੀਏ। ਇੱਕ ਬੱਚਿਆਂ ਦੀ ਕਿਤਾਬ ਸੀ, ਉਹਦੇ ਵਿੱਚੋਂ ਮੈਂ ਇੱਕ ਕਹਾਣੀ ਪੜ੍ਹੀ ਸੀ, ਬਿਲਕੁਲ ਇਹਦੇ ਨਾਲ ਮਿਲਦੀ ਜੁਲਦੀ ਆ। ਬਿਲਕੁਲ ਮਤਲਬ ਕਿ ਕਿਵੇਂ ਆਪਾਂ ਕਹਿੰਦੇ ਆ ਵੀ ਦੂਜਿਆਂ 'ਤੇ ਛੱਡ ਦਿੰਦੇ ਆ ਕੰਮ। ਜਿਵੇਂ ਮੈਂ ਸੁਧਰਨਾ, ਆਪਾਂ ਕਹਿੰਦੇ ਤੂੰ ਮੇਰੇ ਲਈ ਸੁਧਰ ਜਾ। ਇਵੇਂ ਨਹੀਂ ਹੁੰਦਾ, ਆਪਣੇ ਕੰਮ ਆਪ ਹੀ ਕਰਨੇ ਪੈਂਦੇ ਹੁੰਦੇ ਆ। ਇੱਕ ਕਿਸਾਨ ਸੀ, ਉਹਦੇ ਖੇਤ ਦੇ ਵਿੱਚ ਪੰਛੀ ਸੀ, ਇੱਕ ਛੋਟਾ ਜਿਹਾ ਬੋਟ, ਤੇ ਉਹਨੇ ਆਂਡੇ ਦਿੱਤੇ ਤੇ ਬੱਚੇ ਜਦੋਂ ਬਾਹਰ ਆਉਂਦੇ ਨੇ ਤਾਂ ਬੜੇ ਖੁਸ਼ੀ ਉਹ ਰਹਿੰਦੇ ਨੇ। ਫਸਲ ਪੱਕ ਗਈ, ਕਟਾਈ ਦਾ ਸਮਾਂ ਨੇੜੇ ਆ ਗਿਆ। ਬਿਲਕੁਲ ਕਿਸਾਨ ਖੇਤ 'ਚ ਆ ਕੇ ਕਹਿ ਰਿਹਾ ਸੀ ਕੱਲ੍ਹ ਨੂੰ ਇਹ ਫਸਲ ਕੱਟਣੀ ਆਪਾਂ, ਮੈਂ ਆਪਦੇ ਕਿਸੇ ਦੋਸਤ ਮਿੱਤਰ ਨੂੰ ਭੇਜਾਂਗਾ, ਉਹ ਆ ਕੇ ਫਿਰ ਕੱਟ ਦੇਣਗੇ। ਜਿਹੜੇ ਬੱਚੇ ਸੀ ਨਾ ਛੋਟੇ ਬੋਟ, ਉਹਨਾਂ ਨੇ ਸੁਣ ਲਿਆ। ਮਾਂ ਚੋਗਾ ਚੁਗਣ ਗਈ ਸੀ, ਜਦੋਂ ਆਈ ਕਹਿੰਦੇ ਮਾਂ ਅਸੀਂ ਸੁਣਿਆ ਇਹ ਕੱਲ੍ਹ ਨੂੰ ਕੱਟੀ ਜਾਣੀ ਆ ਫਸਲ, ਆਪਾਂ ਚੱਲੀਏ।
ਵੀ ਇਵੇਂ ਉਹ ਆਖ ਰਿਹਾ ਸੀ ਮੈਂ ਕੱਲ੍ਹ ਨੂੰ ਆਪਦੇ ਦੋਸਤਾਂ ਨੂੰ ਭੇਜੂੰਗਾ। ਤਾਂ ਮਾਂ ਕਹਿੰਦੀ ਫਿਕਰ ਨਾ ਕਰੋ, ਕੁਝ ਨਹੀਂ, ਫਸਲ ਨਹੀਂ ਕੱਟੀ ਜਾਵੇਗੀ ਕੱਲ੍ਹ ਨੂੰ। ਅਤੇ ਬਿਲਕੁਲ ਉਵੇਂ ਹੀ ਹੋਇਆ, ਕੋਈ ਖੇਤ 'ਚ ਆਇਆ ਨਹੀਂ, ਫਸਲ ਨਹੀਂ ਕੱਟੀ ਗਈ। ਦੂਜੇ ਦਿਨ ਫਿਰ ਕਿਸਾਨ ਆਇਆ, ਕਹਿੰਦਾ ਕੱਟ ਕੇ ਨਹੀਂ ਗਏ। ਫਿਰ ਕਹਿੰਦਾ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਭੇਜਾਂਗਾ, ਦੋਸਤਾਂ ਨੇ ਤਾਂ ਕੰਮ ਕੀਤਾ ਨਹੀਂ, ਰਿਸ਼ਤੇਦਾਰਾਂ ਨੂੰ ਭੇਜਾਂਗਾ, ਉਹ ਕੱਟ ਕੇ ਜਾਣਗੇ। ਫਸਲ ਪੱਕੀ ਹੋਈ। ਅਤੇ ਫਿਰ ਉਹ ਬੱਚੇ ਜਿਹੜੇ ਸੀ ਬੋਟ ਛੋਟੇ ਜਿਹੇ, ਕਹਿੰਦੇ ਮਾਂ ਅੱਜ ਉਹਨੇ ਫਿਰ ਆਖਿਆ ਹੈ ਕਿਸਾਨ ਨੇ ਵੀ ਰਿਸ਼ਤੇਦਾਰਾਂ ਨੂੰ ਭੇਜਾਂਗਾ। ਮਾਂ ਕਹਿੰਦੀ ਕੁਝ ਨਹੀਂ ਹੁੰਦਾ, ਅੱਜ ਵੀ ਫਸਲ ਨਹੀਂ ਕੱਟੀ ਜਾਣੀ, ਫਿਕਰ ਨਾ ਕਰੋ, ਇੱਥੇ ਹੀ ਰਹਿਣਾ ਆਪਾਂ। ਫਿਰ ਉਹ ਅਗਲੇ ਦਿਨ ਆਇਆ ਅਤੇ ਕੱਟੀ ਨਹੀਂ ਗਈ। ਉਹ ਕਹਿੰਦਾ ਆਏ ਨਹੀਂ ਰਿਸ਼ਤੇਦਾਰ, ਕੰਮ ਨਹੀਂ ਬਣਿਆ। ਫਿਰ ਉਹਨੇ ਤੀਜੀ ਵਾਰ ਕਿਹਾ, ਕਹਿੰਦਾ ਹੁਣ ਕੱਲ੍ਹ ਨੂੰ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਮੈਂ ਖੁਦ ਆਵਾਂਗਾ, ਖੁਦ ਕੱਟਾਂਗਾ। ਫਿਰ ਉਹਨਾਂ ਬੱਚਿਆਂ ਨੇ ਆਖਿਆ ਮਾਂ ਅੱਜ ਉਹਨੇ ਆਪ ਹੀ ਕਹਿਤਾ ਮੈਂ ਆਵਾਂਗਾ। ਤਾਂ ਫਿਰ ਉਦੋਂ ਉਹ ਪੰਛੀ ਜਿਹੜਾ ਸੀ ਕਹਿੰਦਾ ਲਓ ਹੁਣ ਆਪਾਂ ਨੂੰ ਉੱਡਣਾ ਪੈਣਾ। ਹੁਣ ਉਹਨੇ ਆਪ ਪ੍ਰਤਿੱਗਿਆ ਕਰ ਲਈ ਆ ਕਿ ਮੈਂ ਕਰਾਂਗਾ, ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਹਿੰਦੇ ਲੈ ਹੁਣ ਉਹ ਪੱਕਾ ਫਸਲ ਕੱਟੂਗਾ, ਕੱਲ੍ਹ ਨੂੰ ਆਪਾਂ ਚੰਗਾ ਹੋਵਾਂਗੇ, ਆਪਾਂ ਉੱਡ ਜਾਈਏ। ਉਹਨੇ ਆਪਦੇ ਬੱਚਿਆਂ ਨੂੰ ਨਾਲ ਲਿਆ, ਬੋਟਾਂ ਨੂੰ, ਅਤੇ ਉਹ ਪੰਛੀ ਨੇ ਉਡਾਰੀ ਮਾਰ ਦਿੱਤੀ। ਕਹਿਣ ਦਾ ਭਾਵ ਇਹ ਆ, ਜਦੋਂ ਤੁਸੀਂ ਪ੍ਰਣ ਕਰੋਗੇ ਆਪਣੇ ਆਪ ਨੂੰ ਸਮਝ ਪਹਿਲੇ, ਤੇਰਾ ਭਰਮ ਪਿਆ ਤੈਨੂੰ ਪਰਮਾਵਦਾ ਏ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਇਸ ਕਰਕੇ ਜਦੋਂ ਬੰਦਾ ਪ੍ਰਣ ਕਰ ਲਵੇ ਵੀ ਮੈਂ ਇਹ ਕਰਨਾ ਹੀ ਕਰਨਾ ਹੈ, ਕਰਨਾ ਹੀ ਕਰਨਾ ਹੈ, ਉਦੋਂ ਬੰਦੇ ਵਿੱਚ ਗੁਰੂ ਵੀ ਕਿਰਪਾ ਕਰਦਾ, ਗੁਰੂ ਮਹਾਰਾਜ ਵੀ ਉਹਦਾ ਸਾਥ ਦਿੰਦੇ ਨੇ। ਫਿਰ ਉਹ ਹੌਲੀ ਹੌਲੀ ਸੁਧਰਨਾ ਸ਼ੁਰੂ ਹੋ ਜਾਂਦਾ। ਜੇ ਤੁਸੀਂ ਉਹੀ ਢਹਿੰਦੀ ਕਲਾ 'ਚੋਂ ਮੈਥੋਂ ਹੋਣਾ ਨਹੀਂ, ਹੋਣਾ ਨਹੀਂ, ਫਿਰ ਉਹ ਨਹੀਂ ਹੋ ਸਕੇਗਾ। ਜੇ ਤੁਸੀਂ ਕਹਿ ਦਿਓ ਹਾਂ ਮੈਂ ਇਹ ਕਰ ਸਕਾਂਗਾ, ਜੇ ਗੁਰੂ ਮੇਰਾ ਸਾਥ ਦੇ ਦੇਵੇ, ਫਿਰ ਉਹ ਤੁਸੀਂ ਕਰ ਲੈਂਦੇ ਹੋ। ਇਤਿਹਾਸ ਦੀ ਇੱਕ ਘਟਨਾ ਹੈ ਇਵੇਂ ਹੀ। 6ਵੇਂ ਪਾਤਸ਼ਾਹ ਜੀ ਦੇ 2 ਘੋੜੇ ਸਨ। ਇੱਕ ਦਾ ਨਾਮ ਸੀ ਦਿਲਬਾਗ ਅਤੇ ਗੁਲਬਾਗ ਦੂਜੇ ਦਾ। ਰਸਤੇ 'ਚ ਕੋਈ ਲਿਆ ਰਿਹਾ ਸੀ ਸਤਿਗੁਰੂ ਨੂੰ ਭੇਟਾ ਕਰਨ ਵਾਸਤੇ। ਸ਼ਾਹਜਹਾਂ ਦੇ ਹਾਕਮਾਂ ਨੇ ਖੋਲ੍ਹੇ ਇਹ, ਜ਼ੋਰ ਦਿਖਾਇਆ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਖੋਹ ਕੇ ਲੈ ਗਏ ਅਤੇ ਸ਼ਾਹਜਹਾਂ ਦੇ ਤਬੇਲੇ 'ਚ ਬੰਨ੍ਹ ਤੇ। ਸੋਹਣੇ ਬਹੁਤ ਸੀ ਘੋੜੇ ਇਹ। ਗੁਰੂ ਮਹਾਰਾਜ ਕੋਲ ਸੰਗਤ ਆਈ ਕਾਬਲ ਤੋਂ ਚੱਲ ਕੇ, ਕਹਿੰਦੇ ਜੀ ਬਾਦਸ਼ਾਹ ਕੋਲੇ ਘੋੜੇ ਆ 2 ਬਹੁਤ ਸੋਹਣੇ ਆ। ਮਹਾਰਾਜ ਕਹਿੰਦੇ ਸਾਡਾ ਸਿੱਖ ਹੀ ਲੈ ਕੇ ਆ ਰਿਹਾ ਸੀ, ਇਹ ਉਹੀ ਨੇ, ਉਹ ਰਾਜ ਖੋਲ੍ਹੇ ਸੀ, ਪਰ ਕੌਣ ਆ ਜਿਹੜਾ ਇਹ ਕਰ ਸਕੇਗਾ? ਕਿਲੇ ਦੀਆਂ ਕੰਧਾਂ ਬਹੁਤ ਉੱਚੀਆਂ ਨੇ, 200-300 ਪਹਿਰੇਦਾਰ ਨੇੜੇ ਰਹਿੰਦੇ ਆ ਉਹਦੇ। ਘੋੜੇ ਚਰਾਉਣਾ, ਘੋੜਿਆਂ ਨੂੰ ਲਿਆਉਣਾ ਸੌਖਾ ਥੋੜ੍ਹੀ ਆ। ਆਪਣੀ ਅਮਾਨਤ ਨੂੰ ਗੁਰੂ ਦੇ ਪਾਸ ਭਾਈ ਬਿਧੀ ਚੰਦ ਜੀ ਨੂੰ ਖੜਾ ਕੀਤਾ, ਕਹਿੰਦੇ ਤੁਸੀਂ ਇਹ ਕਰਨਾ। ਉਹਨਾਂ ਆਖਿਆ ਸੀ ਮੈਂ ਕੁਝ ਕਰ ਨਹੀਂ ਸਕਦਾ, ਪਰ ਜੇ ਗੁਰੂ ਤੁਸੀਂ ਮੇਰੇ ਵੱਲ ਹੋਵੋਗੇ ਤਾਂ ਮੈਂ ਕਰ ਦਾਂਗਾ। ਕਹਿਣ ਦਾ ਭਾਵ ਪਹਿਲਾਂ ਉਹਨਾਂ ਨੇ ਆਪਣੇ ਆਪ 'ਚ ਭਰੋਸਾ ਰੱਖਿਆ, ਫਿਰ ਗੁਰੂ ਮਹਾਰਾਜ 'ਤੇ ਭਰੋਸਾ ਕੀਤਾ ਅਤੇ ਉਹ ਘੋੜਿਆਂ ਨੂੰ ਛਾਲ ਮਰਵਾ ਕੇ ਕਿਲੇ ਦੀਆਂ ਕੰਧਾਂ ਤੋਂ ਦਿਲਬਾਗ ਅਤੇ ਗੁਲਬਾਗ ਲੈ ਆਏ ਸੀ ਗੁਰੂ ਕੇ ਪਾਸ। ਤਾਂ ਥੋੜ੍ਹੀ ਜਿਹੀ ਬੰਦੇ ਨੂੰ ਹਿੰਮਤ ਕਰਨੀ ਪੈਂਦੀ ਆ। ਜਿਵੇਂ ਕਹਿੰਦੇ ਆ ਵੀ ਇੱਕ ਕਦਮ ਤੁਸੀਂ ਤੁਰੋ, ਗੁਰੂ ਤਾਂ ਕਰੋੜਾਂ ਕਦਮ ਤੁਰੇਗਾ। ਪਰ ਉਹ ਉਡੀਕ ਰਿਹਾ, ਭਾਈ ਗੁਰਦਾਸ ਜੀ ਦੀ ਪੰਗਤੀ ਆ ਵੀ ਤੂੰ ਇੱਕ ਕਦੋਂ ਤੁਰੇਂਗਾ। ਗੁਰੂ ਤਾਂ ਕਰੋੜਾਂ ਕਦਮ ਤੁਰ ਕੇ ਆ ਗਿਆ, ਉਹ ਤਾਂ ਰੋਜ਼ ਹੀ ਤੇਰੇ ਵੱਲ ਆ ਰਿਹਾ, ਪਰ ਤੂੰ ਨਹੀਂ ਇੱਕ ਤੁਰਦਾ। ਤੂੰ ਇੱਕ ਤੁਰੇਂਗਾ, ਉਹ ਕਰੋੜਾਂ ਕਦਮ ਆਊਗਾ, ਫਿਰ ਮੇਲ ਹੋਊਗਾ। ਗੁਰੂ ਰੋਜ਼ ਆ ਰਿਹਾ, ਤੂੰ ਇੱਕ ਨਹੀਂ ਚੱਲ ਰਿਹਾ, ਤਾਂ ਕਰਕੇ ਤੇਰੇ 'ਚ ਹਜੇ, ਉਹਦੇ 'ਚ ਹਜੇ ਬੜੀ ਦੂਰੀ ਆ। ਕਿੰਨੀ ਦੂਰੀ ਆ? ਭਾਂਬੀਰੀ ਕੇ ਪਾਤ ਪਰਦੋ ਬਿਨ ਭੇਖੈ ਦੂਰ ਆਇਓ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਇੱਕ ਤਿਤਲੀ ਹੁੰਦੀ ਆ, ਤਿਤਲੀ ਦੇ ਖੰਭ ਹੁੰਦੇ ਆ ਨਾ, ਬਸ ਇਹ ਉਹ ਕਿੰਨੇ ਕੁ ਮੋਟੇ ਹੁੰਦੇ ਆ, ਬਿਲਕੁਲ ਪਤਲੇ ਹੁੰਦੇ ਆ। ਇਹ ਤੇ ਤੇਰੇ 'ਚ ਫਰਕ ਆ ਇੰਨਾ ਕੁ। ਭਾਂਬੀਰੀ ਕੇ ਪਾਤ ਪਰਦੋ ਬਿਨ ਭੇਖੈ ਦੂਰ ਆਇਓ। ਭਮੀਰੀ ਦੇ ਖੰਭਾਂ ਜਿੰਨਾ ਫਰਕ ਆ ਤੇਰੇ 'ਚ ਤੇ ਉਹਦੇ 'ਚ। ਤੂੰ ਤੁਰਦਾ ਨਹੀਂ ਇੱਕ ਕਦਮ, ਉਹ ਤਾਂ ਆ ਕੇ ਖੜਾ ਤੇਰੇ ਕੋਲੇ। ਇਸ ਕਰਕੇ ਸਭ ਮੈਂ ਵਸੈ ਪ੍ਰਵੇਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ।
सहजे जिन प्रभ जान पछाणिया, नानक नाम मिले मन मान्य। तुसी भगतां नूं पढ़ लिओ, कदे भट्ट सहबान नूं पढ़ लिओ, गुरसिखां दा जीवन पढ़ लिओ ते गुरुआं दा जीवन पढ़िओ। ਇਹ ਸਾਨੂੰ बहुत प्यार करते ने, साडी खातर इन्ना कुछ कर दिंदे ने। ਉਹ सिद्धांत ਜਿਹੜੇ ਨੇ ਉਹਨਾਂ ਨੂੰ ਕੁਰਬਾਨ भी कर ਦਿੰਦੇ ਨੇ। कई बार ऐसियां गल्लां हो ਜਾਂਦੀਆਂ। कबीर साहब जी की एक छोटी जी साखी कह के आपां समाप्ति करिए। है बड़ी सुंदर ये साखी। एक दिन अखां मीट के बैठे सी दरख्त दे थल्ले, एक चोर लंघिया, खड़का होया, अखां खोलियां, देख लिया तो वह लुक गया उन्हां दे दरख्त दे ओले लुकिया होया सी झाड़ियां दे पिछे। दरोगा आया, कर्मचारी आया, कहन लगा कबीर साहब जी इत्थे एक चोर आया, देखिया तुसी? कबीर साहब ने देख लिया सी नाले, कहंदे नहीं जी मैं नहीं देखिया। तुसी दूजे पासे जिधरों लुकिया सी उधरों दूजे पासे उंगली करके कहंदे ना, कहंदे इउं लगदा उधरों आवाज़ आई है, उधर खड़का होया, उधर लभो जाके। वो चलिया गया। चोर ने पता की आख्या, कबीर जी तुसी तां भगतों, तुसी झूठ बोलिया ते तुहानूं पाप लगना। हुण तुहाडे रब ने तुहानूं पाप देना, तुहानूं सज़ा देनी आ ये पापां दी। झूठ क्यों बोलिया? कबीर हो के बोलिया। आम बंदा बोले बोले, कबीर बोले ये नहीं। कबीर साहब ने आख्या, मैं वीर तेनों एक गल कहांगा, मैं तेनों सुधरन दा मौका दे रहा है एक, भी तू सही हो जा, अगे तो चोरी ना करी, ते जड़ी तू पाप दी गल करदा ना सज़ा दी, ये मैं झल लूँगा, तू इनू इहदी फिक्र ना कर। वो पाप जिहड़ा मैं कीता ये मैं झल लूँगा, पर मैं तेरी खातर बोलिया है, अगे तू ना इहो जिहा कुछ करी। इहो जिहा बनी भी तेरी खातर किसी नूं झूठ ना बोलना पवे। अज ये तेरी गलती मैं माफ़ करती। गुरु होवे भगत होवे ये सदा ही बंदे दे गुनाहां नूं माफ़ कर दिंदे ने। पिछले औगण बख्श ले, प्रवागे मार्ग पावे। गुरु साहिब भगत सहबान गुरसिख गलती माफ़ भी करते आ ते नाल की करते आ, उहनूं भुला भी दिंदे आ भी इहने कदे कीती सी। बंदा छेती गलती माफ़ नहीं करता किसी की, जे करूगा भी तो गंढ बन के अंदर रख लूगा। इन्हें उदों ये कीता सी, मैं इनू माफ़ कीता सी। दुख कियां पंडां खुलियां, सुख ना निकसिओ कोई। इन्नियां क बेनतियां प्रवान करो। गुरु साहिब जी की जो शान है बड़ी उच्ची है जी। आओ रल के आपां प्यार दे नाल उस अकाल पुरख पाक परवदिगार नूं चेते करिए जी। वाहे गुरु 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 वाहे
ਵਾਹਿਗੁਰੂ। ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।